ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਨ ਸਰਕਾਰ ਸਖਤ। ਮੁੱਖ ਮੰਤਰੀ ਨੇ ਦਿੱਤੀ ਸਿੱਧੀ ਚੇਤਾਵਨੀ ਕਿ 31 ਮਈ ਤੱਕ ਛੱਡ ਦਿਓ ਨਾਜਾਇਜ਼ ਕਬਜ਼ੇ, ਨਹੀਂ ਤਾਂ ਪਾਏ ਜਾਣਗੇ ਪੁਰਾਣੇ ਖਰਚੇ ਅਤੇ ਨਵੇਂ ਪਰਚੇ। ਮੋਹਾਲੀ ਬਲਾਸਟ ਮਾਮਲੇ ਦੇ ਵਿੱਚ ਤਰਨਤਾਰਨ ਦਾ ਨਿਸ਼ਾਨ ਸਿੰਘ ਹਿਰਾਸਤ ਦੇ ਵਿੱਚ। ਧਮਾਕੇ 'ਚ ਸਾਹਮਣੇ ਆ ਰਹੀ ਵੱਡੀ ਭੂਮਿਕਾ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਹੈ ਨਿਸ਼ਾਨ ਸਿੰਘ। ਹੁਣ ਤੱਕ ਕਰੀਬ 20 ਲੋਕਾਂ ਨੂੰ ਲਿਆ ਹਿਰਾਸਤ ਦੇ ਵਿੱਚ। ਪੰਜਾਬ ਪੁਲਿਸ ਦੇ ਨਾਲ ਕੇਂਦਰੀ ਏਜੰਸੀਆਂ ਵੀ ਜਾਂਚ ਦੇ ਵਿੱਚ ਜੁਟੀਆਂ। NIA ਨੇ ਕੀਤਾ ਦਫ਼ਤਰ ਦਾ ਮੁਆਇਨਾ। IB ਅਤੇ SPG ਨੇ ਵੀ ਸ਼ੁਰੂ ਕੀਤੀ ਜਾਂਚ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਸ਼ਿਸ਼ਾਂ ਤੇਜ਼। SGPC ਨੇ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੁਲਾਇਆ ਪੰਥਕ ਇਕੱਠ। ਸਿੱਖਾਂ ਦੀਆਂ ਸਾਰੀਆਂ ਧਿਰਾਂ ਨੂੰ ਹੈ ਸੱਦਾ। ਬਜਟ ਨੂੰ ਲੈ ਕੇ ਅੱਜ ਵੱਡੀ ਬੈਠਕ। ਸੀਐਮ ਮਾਨ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਅਫਸਰਾਂ ਦੇ ਨਾਲ ਕਰਨਗੇ ਮੀਟਿੰਗ। ਸਰਕਾਰ ਨੇ ਲੋਕਾਂ ਤੋਂ ਵੀ ਮੰਗੇ ਸਨ ਸੁਝਾਅ। ਹਰ ਜ਼ਿਲ੍ਹੇ ਦੇ ਵਿੱਚ ਸਿੰਗਲ ਵਿੰਡੋ ਸਥਾਪਿਤ ਕਰੇਗੀ ਪੁਲਿਸ। ਸੀਐਮ ਮਾਨ ਨੇ ਕਾਰੋਬਾਰੀਆਂ ਦੇ ਨਾਲ ਗੱਲਬਾਤ ਦੌਰਾਨ ਦਿੱਤਾ ਭਰੋਸਾ। ਬੋਲੇ ਉਦਯੋਗਪਤੀਆਂ ਨੂੰ ਪ੍ਰੋਜੈਕਟਾਂ ਦੇ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਦੇ ਵਿੱਚ ਹੋਏਗੀ ਆਸਾਨੀ। ਕਿਸਾਨ ਜਥੇਬੰਦੀਆਂ ਦੀ ਬਿਜਲੀ ਮੰਤਰੀ ਦੇ ਨਾਲ ਮੀਟਿੰਗ ਬੇਸਿੱਟਾ। ਕਿਸਾਨਾਂ ਨੇ 17 ਮਈ ਨੂੰ ਚੰਡੀਗੜ੍ਹ ਦਾ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ। ਝੋਨੇ ਦੀ ਬਿਜਾਈ ਨੂੰ ਲੈ ਕੇ ਸਰਕਾਰ ਦੇ ਜ਼ੋਨਲ ਕੈਲੰਡਰ ਦਾ ਵਿਰੋਧ ਕਰ ਰਹੇ ਕਿਸਾਨ। ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦਾ ਐਕਸੀਡੈਂਟ। ਫਗਵਾੜਾ ਬੰਗਾ ਰੋਡ ਤੇ ਡਿਵਾਈਡਰ ਤੇ ਚੜੀ ਵਿਧਾਇਕ ਦੀ ਗੱਡੀ। ਵਿਧਾਇਕ ਤੇ PA ਨੂੰ ਲੱਗੀਆਂ ਸੱਟਾਂ। ਜਲੰਧਰ ਦੇ ਹਸਪਤਾਲ ਦੇ ਵਿੱਚ ਭਰਤੀ। ਅੰਮ੍ਰਿਤਸਰ ਦੇ ਥਾਣੇ ਦੇ ਵਿੱਚ ਪੁਲਿਸ ਅਤੇ ਨੌਜਵਾਨ ਵਿਚਾਲੇ ਝੜਪ। ਪੁਲਿਸ ਕਰਮੀ ਨੇ ਕੁੱਟਮਾਰ ਕਰਦਿਆਂ ਲਾਈ ਦਸਤਾਰ। ਥਾਣਾ ਇੰਚਾਰਜ ਨੇ ਜਾਂਚ ਕਰਾਉਣ ਦੀ ਕਹੀ ਗੱਲ। ਨਹੀਂ ਰਹੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ। ਬ੍ਰੇਨ ਸਟ੍ਰੋਕ ਤੋਂ ਬਾਅਦ ਏਮਸ ਦੇ ਵਿੱਚ ਚੱਲ ਰਿਹਾ ਸੀ ਇਲਾਜ। ਅੱਜ ਦਿੱਲੀ ਤੋਂ ਮੰਡੀ ਲਿਆਂਦੀ ਜਾਏਗੀ ਮ੍ਰਿਤਕ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸੀਐਮ ਮਾਨ ਤੋਂ। ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਮਾਨ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿ 31 ਮਈ ਤੱਕ ਨਾਜਾਇਜ਼ ਕਬਜ਼ੇ ਛੱਡਣ ਦੇ ਲਈ ਉਹਨਾਂ ਨੇ ਕਿਹਾ ਹੈ ਔਰ ਸਰਕਾਰ ਨੂੰ ਜ਼ਮੀਨਾਂ ਵਾਪਸ ਕਰਨ ਦੇ ਲਈ ਆਖ ਦਿੱਤਾ ਹੈ, ਨਹੀਂ ਤਾਂ ਪੁਰਾਣੇ ਖਰਚੇ ਅਤੇ ਨਵੇਂ ਪਰਚੇ ਪਾਏ ਜਾਣਗੇ। ਸਿੱਧੀ ਚੇਤਾਵਨੀ ਸਖਤ ਲਹਿਜ਼ੇ ਦੇ ਵਿੱਚ ਦਿੰਦੇ ਹੋਏ ਸੀਐਮ ਮਾਨ ਨਜ਼ਰ ਆਏ ਨੇ। ਦੱਸਦੀ ਕਿ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਜਿਸ ਵੇਲੇ ਤੋਂ ਹੀ ਸਰਕਾਰ ਬਣੀ ਤਾਂ ਉਸ ਵੇਲੇ ਤੋਂ ਸਖਤੀ ਨਜ਼ਰ ਆ ਰਹੀ ਹੈ। ਖਾਸ ਤੌਰ ਤੇ ਜੇਕਰ ਪੰਚਾਇਤ ਮੰਤਰੀ ਦੀ ਗੱਲ ਕੀਤੀ ਜਾਏ ਕੁਲਦੀਪ ਧਾਲੀਵਾਲ ਤਾਂ ਲਗਾਤਾਰ ਵੱਖੋ-ਵੱਖ ਥਾਵਾਂ ਤੇ ਜਾ ਕੇ ਕਈ ਏਕੜ ਜਿਹੜੀ ਜ਼ਮੀਨ ਹੈ ਉਹ ਛੁਡਵਾਉਣ ਦਾ ਦਾਅਵਾ ਕਰ ਰਹੇ ਨੇ ਔਰ ਉਹਨਾਂ ਦੇ ਵੱਲੋਂ ਬਕਾਇਦਾ ਦੱਸਿਆ ਵੀ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ 29 ਏਕੜ ਅੱਜ ਜ਼ਮੀਨ ਛੁਡਵਾਈ ਗਈ ਹੈ। ਬਾਕੀ ਹੋਰ ਥਾਵਾਂ ਤੇ ਔਰ ਟਿੱਚਾ ਵੀ ਮਿੱਥਿਆ ਗਿਆ ਸੀ ਕਿ 1 ਮਹੀਨੇ ਦੇ ਅੰਦਰ ਘੱਟੋ-ਘੱਟ 5000 ਏਕੜ ਜਿਹੜੀ ਜਾਇਜ਼ ਜ਼ਮੀਨ ਜਿਹੜੀ ਹੈ ਉਹ ਜਿਸ ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਉਸ ਨੂੰ ਛੁਡਵਾਇਆ ਜਾਏਗਾ। ਤਾਂ ਹੁਣ ਇਹ ਸਿੱਧੇ ਤੌਰ ਤੇ ਮਾਨ ਸਰਕਾਰ ਦੇ ਵੱਲੋਂ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਕਿ 31 ਮਈ ਤੱਕ ਨਾਜਾਇਜ਼ ਕਬਜ਼ੇ ਜਿਹੜੇ ਨੇ ਉਹ ਛੱਡ ਦਿੱਤੇ ਜਾਣ। ਸਰਕਾਰ ਨੂੰ ਜ਼ਮੀਨਾਂ ਵਾਪਸ ਕੀਤੀਆਂ ਜਾਣ, ਨਹੀਂ ਤਾਂ ਪੁਰਾਣੇ ਖਰਚੇ ਵੀ ਪਾਏ ਜਾਣਗੇ ਤੇ ਨਵੇਂ ਪਰਚੇ ਵੀ। ਦੱਸਦੇ ਕਿ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ। ਸੀਐਮ ਪੰਜਾਬ ਟਵੀਟ ਕਰਦੇ ਨੇ ਔਰ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ, ਭਾਵੇਂ ਉਹ ਰਾਜਨੀਤਿਕ ਲੋਕ ਨੇ ਜਾਂ ਅਫਸਰ ਨੇ ਜਾਂ ਫਿਰ ਕੋਈ ਰਸੂਖਦਾਰ ਲੋਕ ਨੇ, ਉਹਨਾਂ ਨੂੰ ਮੈਂ ਅਪੀਲ ਕਰਦਾ ਕਿ 31 ਮਈ ਤੱਕ ਆਪਣੇ ਨਾਜਾਇਜ਼ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਦੇ ਦੇਣ, ਨਹੀਂ ਤਾਂ ਪੁਰਾਣੇ ਖਰਚੇ ਅਤੇ ਨਵੇਂ ਪਰਚੇ ਪਾਏ ਜਾ ਸਕਦੇ ਨੇ। ਸੋ ਸਿੱਧੇ ਤੌਰ ਤੇ ਇਹ ਵੱਡੀ ਚੇਤਾਵਨੀ ਕਹਿ ਸਕਦੇ ਸੀਐਮ ਮਾਨ ਦੇ ਵੱਲੋਂ ਦਿੱਤੀ ਗਈ ਹੈ, ਯਾਨੀ ਕਿ ਆਪਣੇ ਆਪ ਹੀ ਜਿਨ੍ਹਾਂ ਲੋਕਾਂ ਦੇ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਛੱਡਣ ਨੂੰ ਕਹਿ ਦਿੱਤਾ ਗਿਆ 31 ਮਈ ਤੱਕ, ਯਾਨੀ ਕਿ ਇੱਕ ਸਮਾਂ ਮਿੱਥਿਆ ਸਮਾਂ ਜਿਹੜਾ ਹੈ ਉਹਨਾਂ ਲੋਕਾਂ ਨੂੰ ਦਿੱਤਾ ਗਿਆ। ਫੋਨ ਲਾਈਨ ਤੇ ਨੇ ਪੰਕਜ ਕਪਾਹੀ ਜ਼ਿਆਦਾ ਗੱਲਬਾਤ ਦੇ ਲਈ। ਪੰਕਜ, ਕਿਸ ਤਰ੍ਹਾਂ ਦੇ ਨਾਲ ਵੇਖਿਆ ਜਾਵੇ ਇਹ ਸਿੱਧੀ ਚੇਤਾਵਨੀ ਦਾ ਸੰਦੇਸ਼ ਜੋ ਸੀਐਮ ਮਾਨ ਨੇ ਦਿੱਤਾ? ਦੇਖੋ, ਉਹਨਾਂ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੇ ਤੌਰ ਤੇ ਅਲਟੀਮੇਟਮ ਜਿਹੜਾ ਉਹ ਦੇ ਦਿੱਤਾ ਗਿਆ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਤੇ, ਪੰਚਾਇਤੀ ਜ਼ਮੀਨਾਂ ਦੇ ਉੱਤੇ ਨਾਜਾਇਜ਼ ਤੌਰ ਤੇ ਕਬਜ਼ੇ ਕੀਤੇ ਹੋਏ ਨੇ। ਔਰ ਮੁੱਖ ਮੰਤਰੀ ਨੇ ਕਿਸੇ ਸਿਆਸਤਦਾਨ ਜਾਂ ਰਸੂਖਦਾਰ ਦਾ ਨਾਮ ਤਾਂ ਨਹੀਂ ਲਿਆ, ਲੇਕਿਨ ਇਹ ਉਹਨਾਂ ਲੋਕਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਜਦੋਂ ਟਵੀਟ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਚਾਹੇ ਕੋਈ ਕਿੰਨਾ ਵੀ ਵੱਡਾ ਰਸੂਖਦਾਰ ਹੋਵੇ, ਚਾਹੇ ਕਿੰਨਾ ਵੀ ਵੱਡਾ ਕੋਈ ਅਫਸਰ ਹੋਵੇ ਜਾਂ ਪੋਲੀਟੀਸ਼ੀਅਨ ਹੋਵੇ, ਅਗਰ ਉਸਨੇ ਨਾਜਾਇਜ਼ ਤੌਰ ਤੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਤਾਂ ਉਹ ਜਲਦ ਤੋਂ ਜਲਦ ਛੱਡ ਦੇਣ। ਨਹੀਂ, ਅਗਰ ਨਹੀਂ ਛੱਡੇ ਤਾਂ ਫਿਰ ਉਹਨਾਂ ਦੇ ਉੱਤੇ ਪਰਚੇ ਪਾਏ ਜਾਣਗੇ, ਯਾਨੀ ਕਿ ਸਰਕਾਰ ਮਾਮਲਾ ਦਰਜ ਕਰੇਗੀ ਕਿ ਸਰਕਾਰ ਦੀ ਜ਼ਮੀਨਾਂ ਦੇ ਉੱਤੇ ਨਾਜਾਇਜ਼ ਤੌਰ ਤੇ ਕਬਜ਼ੇ ਜਿਹੜੇ ਔਰ ਕਿੰਨੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਔਰ ਉਸਦਾ ਕਿੰਨਾ ਖਰਚਾ ਪੈਂਦਾ ਵਾ ਉਹ ਵੀ ਸਰਕਾਰ ਜਿਹੜੀ ਹੈ ਉਹਨਾਂ ਤੋਂ ਵਸੂਲਣ ਦੀ ਕੋਸ਼ਿਸ਼ ਦੇ ਵਿੱਚ ਲੱਗੇਗੀ। ਕਿਉਂਕਿ ਗੁਰਜੋਤ, 2-3 ਅਹਿਮ ਥਾਵਾਂ ਨੇ। ਇੱਕ ਤਾਂ
ਚੰਡੀਗੜ੍ਹ ਦੇ ਆਸ-ਪਾਸ ਜਿਹੜਾ ਕਿਹਾ ਜਾਂਦਾ ਹੈ ਮੋਹਾਲੀ, ਜ਼ੀਰਕਪੁਰ, ਇੱਥੇ ਅਫਸਰਸ਼ਾਹੀ, ਰਸੂਖਦਾਰ, ਪੋਲੀਟੀਸ਼ੀਅਨ ਇਹਨਾਂ ਨੇ ਕਈ ਥਾਵਾਂ ਤੇ ਕਬਜ਼ੇ ਜਿਹੜੇ ਨਜਾਇਜ਼ ਤੌਰ ਤੇ ਕੀਤੇ ਹੋਏ ਨੇ। ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਵੀ ਸੀ ਕਿ ਸਿਸਮਾ ਦੇ ਕੋਲ ਕੁਲਦੀਪ ਧਾਲੀਵਾਲ ਹੋਰਾਂ ਨੇ ਕਬਜ਼ਾ ਜਿਹੜਾ ਉਹ ਛੁਡਵਾਇਆ ਸੀਗਾ। ਔਰ ਇਸੇ ਤਰੀਕੇ ਨਾਲ ਅੰਮ੍ਰਿਤਸਰ ਹੋਵੇ, ਬਠਿੰਡਾ ਹੋਵੇ, ਪਟਿਆਲਾ ਹੋਵੇ, ਮੋਗਾ ਹੋਵੇ, ਇਹਨਾਂ ਥਾਵਾਂ ਦੇ ਉੱਤੇ ਕਈ ਰਸੂਖਦਾਰਾਂ ਨੇ ਜਾਂ ਸਿਆਸਤਦਾਨਾਂ ਨੇ ਕਬਜ਼ੇ ਕੀਤੇ ਹੋਏ ਨੇ ਪੰਚਾਇਤੀ ਜ਼ਮੀਨਾਂ ਦੇ ਉੱਤੇ। ਉਹ ਛੁਡਵਾਉਣ ਦੇ ਲਈ ਲਗਾਤਾਰ ਪੰਚਾਇਤੀ ਮੰਤਰੀ ਲੱਗੇ ਹੋਏ ਨੇ। ਲੇਕਿਨ ਹੁਣ ਮੁੱਖ ਮੰਤਰੀ ਨੇ ਉਹਨਾਂ ਲੋਕਾਂ ਨੂੰ 31 ਮਈ ਤੱਕ ਦਾ ਅਲਟੀਮੇਟਮ ਜਿਹੜਾ ਦੇ ਦਿੱਤਾ ਹੈ ਕਿ ਜਾਂ ਤਾਂ ਜਿਹੜੇ ਕਬਜ਼ੇ ਛੱਡ ਦਿਓ ਜਾਂ ਫਿਰ ਪਰਚੇ ਪਾਉਣ ਦੇ ਲਈ ਤਿਆਰ ਹੋ ਜਾਓ। बिल्कुल सो सख्त चेतावनी कह सकते हैं। शुक्रिया पंकज, तमाम जानकारी के लिए धन्यवाद है। सो साफ तौर पर जेकर गल की जाए तो नाजायज कब्जियां नूं लैके हुण सख्ती नजर आ रही है और एक अल्टीमेटम भी दे दिता, एक मिथ्या समा दे दिता गया सीएम मान दे वल्लों। ਅੱਗੇ ਵਧਦੇ ਹਾਂ ਤੇ ਮੋਹਾਲੀ ਬਲਾਸਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਮੋਹਾਲੀ ਬਲਾਸਟ ਮਾਮਲੇ 'ਚ ਵੱਡੀ ਖਬਰ, ਤਰਨਤਾਰਨ ਦਾ ਰਹਿਣ ਵਾਲਾ ਨਿਸ਼ਾਨ ਸਿੰਘ ਹਿਰਾਸਤ ਦੇ ਵਿੱਚ ਲਿਆ ਗਿਆ। ਨਿਸ਼ਾਨ ਸਿੰਘ ਦੀ ਸ਼ਮੂਲੀਅਤ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਇਸ ਮਾਮਲੇ 'ਚ 26 ਸਾਲਾਂ ਦਾ ਨਿਸ਼ਾਨ ਸਿੰਘ ਸਰਹੱਦ ਦੇ ਨੇੜੇ ਪਿੰਡ ਕੋਕਾ ਭਿੱਖੀ ਹੈ, ਜਿਸ ਦਾ ਰਹਿਣ ਵਾਲਾ ਨਿਸ਼ਾਨ ਸਿੰਘ ਫਰੀਦਕੋਟ ਤੇ ਮੋਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰੀ ਹੋਈ ਹੈ। ਨਿਸ਼ਾਨ ਸਿੰਘ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਵੀ ਹੈ, ਵੀ ਸੂਤਰ ਦੱਸ ਰਹੇ ਨੇ। ਜਾਣਕਾਰੀ ਆ ਰਹੀ ਹੈ ਹੁਣ ਤੱਕ ਕਰੀਬ 20 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਦੱਸਦੇ ਕਿ ਬੀਤੇ ਦਿਨ ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਲਾਸਟ ਹੋਇਆ, ਬੀਤੇ ਦਿਨ ਬਲਾਸਟ ਹੋਇਆ ਤਾਂ ਉਸ ਤੋਂ ਬਾਅਦ ਬੀਤੇ ਦਿਨ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਹੈ। ਉਸ ਤੋਂ ਬਾਅਦ ਲੋਕਾਂ ਨੂੰ ਡਿਟੇਨ ਕੀਤਾ ਗਿਆ ਤਾਂ ਹੁਣ ਤੱਕ ਜੋ ਜਾਣਕਾਰੀ ਹੈ ਕਿ 20 ਲੋਕ ਜਿਹੜੇ ਨੇ ਹਿਰਾਸਤ ਦੇ ਵਿੱਚ ਲਏ ਜਾ ਚੁੱਕੇ ਨੇ। ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਿਹਾ ਕਿਉਂਕਿ ਹੁਣ ਸਿੱਧੇ ਤੌਰ ਤੇ ਮੋਹਾਲੀ ਦੇ ਜਿਹੜੇ ਤਾਰ ਨੇ, ਬਲਾਸਟ ਦੇ ਤਾਰ ਨੇ, ਤਾਂ ਹੁਣ ਫਰੀਦਕੋਟ ਤੋਂ ਬਾਅਦ ਤਰਨਤਾਰਨ ਤੱਕ ਦੇ ਜੁੜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਨਿਸ਼ਾਨ ਸਿੰਘ ਨੂੰ ਇਸ ਵੇਲੇ ਹਿਰਾਸਤ ਦੇ ਵਿੱਚ ਲੈਣ ਦੀ ਖਬਰ ਸਾਹਮਣੇ ਆ ਰਹੀ ਹੈ। ਮਨੋਜ ਰਾਠੀ ਨੇ ਸਾਡੇ ਨਾਲ ਸਿੱਧਾ ਚੱਲਦੇ ਆ ਗੱਲਬਾਤ ਦੇ ਲਈ। ਮਨੋਜ, ਜੇਕਰ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਕੋਖ ਤੱਕ ਜਾਇਆ ਜਾਵੇ। ਉਹ ਨੌਜਵਾਨ ਜਿਹੜੇ ਪੰਜਾਬ ਦੇ ਵਸਨੀਕ ਨੇ ਤੇ ਇਸ ਦੇ ਵਿੱਚ ਇਨਵੋਲਵਮੈਂਟ ਨਜ਼ਰ ਆ ਰਹੀ ਹੈ। ਕੀ ਕੁਝ ਮੁੱਢਲੀ ਜਾਣਕਾਰੀ ਹੈ, ਖਾਸ ਤੌਰ ਤੇ ਜੇਕਰ ਨਿਸ਼ਾਨ ਸਿੰਘ ਦਾ ਜ਼ਿਕਰ ਕਰਦੇ ਹਾਂ ਤਾਂ? देखो गुरजोत, निशान सिंह की असीं गल कर लिए, इनू हिरासत च लिता गया फरीदकोट तो। इनू फरीदकोट पुलिस ते मोहाली पुलिस का जिहड़ा जॉइंट ऑपरेशन है, इनू फरीदकोट तो हिरासत च लैके मोहाली लाया गया ते पुछगिछ जिहड़ी है वो शुरू हो चुकी है। क्योंकि हुण तक दी जिहड़ी पुलिस सोर्सिस सानू दस रहे कि निशान सिंह दी इस पूरे इंसीडेंट च इन्वॉल्वमेंट जिहड़ी है वो सामने आ रही है। निशान सिंह वो शख्स सीगा जिन्हें लॉजिस्टिक चीज़ां प्रोवाइड की, जिहड़ी पुलिस सोर्सिस तो खबर जिहड़ी है सामने आ रही है। निशान सिंह है कौन? तरनताਰਨ ਦਾ ਰਹਿਣ ਵਾਲਾ है, बॉर्डर एरिया ਦੇ ਨਾਲ ਹੀ ਇੱਕ ਪਿੰਡ ਹੈ ਕੋਕਾ, ਉੱਥੇ ਦਾ ਰਹਿਣ ਵਾਲਾ ਨਿਸ਼ਾਨ ਸਿੰਘ ਤੇ ਕਈ अपराधिक ਜਿਹੜੇ मामले ने निशान सिंह ते दर्ज ने। 26 साल का निशान सिंह ਜਿਹੜੀ एक्सक्लूसिव तस्वीर भी ਤੁਹਾਨੂੰ दिखा रहे कि निशान सिंह है कौन। क्रिमिनल बैकग्राउंड है ਇਹਦੀ बहुत ज्यादा, कई मामले ਜਿਹੜੇ ਹੈਗੇ ਵੱਖ-ਵੱਖ ਜਿਹੜੇ ਹੈਗੇ ਜ਼ਿਲ੍ਹਿਆਂ 'ਚ ਇਹਦੇ खिलाफ दर्ज ने। जिहड़ी हुण तक दी जिहड़ी जानकारी है ते पुलिस नूं सीक्रेट इन्फॉर्मेशन थी ते फरीदकोट पुलिस वल्लों ये जानकारी मोहाली पुलिस नाल साझा कीती ते इनू हिरासत च लिता है ते करीब 20 लोकां नूं हजे तक हिरासत च लैके पूरी इन्वेस्टिगेशन की जा रही है। कल एक अंबाला तो भी एक सस्पैक्ट नूं हिरासत च लिता ते जिहड़ी स्विफ्ट गड्डी दी गल सामने आ रही है, स्विफ्ट गड्डी वाइट कलर दी स्विफ्ट गड्डी जिहड़ी है ਉਹਦੇ ਵਿੱਚ ਦੇਖੀ ਗਈ ਸੀ ਤੇ ਇਹ ਵੀ ਸਾਹਮਣੇ ਆ ਰਿਹਾ ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਇਹ ਪੂਰੇ ਇਨਸੀਡੈਂਟ ਤੋਂ ਪਹਿਲਾਂ 4 ਤੋਂ 5 ਵਾਰ ਇੱਥੇ ਰੈਕੀ ਵੀ ਕੀਤੀ ਗਈ ਹੈ। ਰੈਕੀ ਕਰਨ ਤੋਂ ਬਾਅਦ ਆਰਪੀਜੀ ਜਿਹੜਾ ਯੂਜ਼ ਕੀਤਾ, ਹਾਲਾਂਕਿ ਹੁਣ ਤੱਕ ਦੀ ਜਿਹੜੀ ਟੈਕਨੀਕਲ ਦੀ ਅਸੀਂ ਗੱਲ ਕਰ ਲਈਏ ਕਿਉਂਕਿ ਕੱਲ ਸਾਰਾ ਐਨਾਲਾਈਜ਼ ਕੀਤਾ ਗਿਆ ਐਨਆਈਏ ਦੇ ਨਾਲ ਹੋਰ ਵੀ ਜਿਹੜੀ ਫੋਰੈਂਸਿਕ ਟੀਮ ਇੱਥੇ ਪਹੁੰਚੇ ਸੀ ਤਾਂ ਸਾਰਾ ਐਨਾਲਾਈਜ਼ ਕੀਤਾ ਗਿਆ ਕਿ ਆਖਿਰ ਟਾਰਗੇਟ ਕਿੰਨੀ ਦੂਰੀ ਤੋਂ ਕੀਤਾ ਗਿਆ ਹੋਣਾ। ਯਾਨੀ ਕਿ ਹੁਣ ਤੱਕ ਜਿਹੜੀ ਮੁੱਢਲੀ ਜਾਣਕਾਰੀ ਹੈ ਕਿ 200 ਸੇ 250 ਮੀਟਰ ਤੱਕ की ਜਿਹੜੀ ਦੂਰੀ ਹੈ ਉੱਥੋਂ ਟਾਰਗੇਟ ਕੀਤਾ ਗਿਆ। टारगेट करन दा यानी कि चलते चलते टारगेट होया, ये किथे रुक के या किसी तरह का कोई टारगेट एकदम बिल्कुल खड़ के नहीं होया, ये चलते चलते टारगेट होया जिस करके निशाना जिहड़ा है वो चुकिया गया। इस करके कंध ते जिहड़ा आरपीजी बजया ते नाल ही जिहड़ी शीशे ब्रेक होए ते नाल ही अंदर जिहड़ा 41 नंबर कमरा है 3rd फ्लोर ते उत्थे जाके डिग्या। हालांकि जिहड़ा एसआई बलकार सिंह है जिहड़ा सिक्योरिटी इंचार्ज है उत्थे उन्हें जिन्हें कंप्लेंट दी है मोहाली च जिहड़ा सुहाना पुलिस स्टेशन च मामला दर्ज होया FIR नंबर 236 जिहड़ा मामला दर्ज होया 307 IPC 16 UAPA ਤੇ ਐਕਸਪਲੋਸਿਵ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ। ਉਹਨਾਂ ਨੇ ਕਈ ਜਿਹੜੀ ਪ੍ਰਾਇਮਰੀ ਚ ਕਈ ਚੀਜ਼ਾਂ ਦੱਸੀ ਕਿ ਕਿਸ ਤਰ੍ਹਾਂ ਬਲਾਸਟ ਹੋਇਆ, ਕਿਸ ਤਰ੍ਹਾਂ ਇਹ ਕੰਨ ਤੇ ਜਾ ਕੇ ਵੱਜਿਆ, ਇਹ ਜਿਹੜਾ ਧੂਆਂ ਹੋਇਆ, ਕਈ ਸਮੈਲ, ਗੰਦੀ ਜੀ ਸਮੈਲ ਜਿਹੜੀ ਆਈ ਹੈ ਤੇ ਜਾ ਕੇ ਦੇਖਿਆ ਕਿ ਇੱਕ
ਜਿਹੜਾ ਜਿਸ ਤਰ੍ਹਾਂ ਦਾ ਡਿਵਾਈਸ ਜਿਹੜਾ ਪਿਆ ਹੋਇਆ ਸੀਗਾ, ਜਦ ਬਾਅਦ 'ਚ ਇਹ ਸਾਰੀ ਰਿਕਵਰੀ ਹੋਈ ਤਾਂ ਲੱਗਿਆ ਪਤਾ ਕਿ ਆਰਪੀਜੀ ਜਿਹੜਾ ਹੈ, ਰਾਕਟ ਪ੍ਰੋਪੇਲ ਗ੍ਰੇਨੇਡ ਜਿਹੜਾ ਹੈਗਾ ਉਹਦੇ ਵਿੱਚ ਹੈ। ਜ਼ਿਆਦਾਤਰ ਕੱਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਜਿਹੜਾ ਇਹ ਗ੍ਰੇਨੇਡ ਹੈ ਇਹਨੂੰ ਟ੍ਰੇਨਡ ਜਿਹੜੇ ਹੈਗੇ ਪਰਸਨ ਉਹੀ ਯੂਜ਼ ਕਰਦੇ ਆ। ਹਰ ਕਿਸੇ ਦੀ ਗੱਲ ਦੀ ਨਹੀਂ ਹੈ, ਕਿਉਂਕਿ ਇਹ ਗ੍ਰੇਨੇਡ ਜਿਹੜਾ ਹੁੰਦਾ ਹੈ ਕਾਫੀ ਇਹਨੂੰ ਚਲਾਉਣ ਵਾਸਤੇ ਲਾਂਚਰ ਦੇ ਨਾਲ ਪੂਰੀ ਜਿਹੜੀ ਚੀਜ਼ਾਂ ਹੈ ਉਹ ਟ੍ਰੇਨਡ ਪਰਸਨ ਹੀ ਇਸ ਨੂੰ ਚਲਾ ਸਕਦਾ ਹੈ। ਤਾਂ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਕਿ ਚਲਦੇ ਜਿਹੜਾ ਹੈ ਇਹ ਰਾਕਟ ਲਾਂਚਰ ਨੂੰ ਟਾਰਗੇਟ ਕੀਤਾ ਹੈ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ 'ਚ। ਤੇ ਨਿਸ਼ਾਨ ਸਿੰਘ ਕੌਣ ਹੈ? ਹੁਣ ਨਿਸ਼ਾਨ ਸਿੰਘ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ, ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਇਹਦੇ ਵਿੱਚ ਕਈ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਨਿਸ਼ਾਨ ਸਿੰਘ ਜਿਹੜਾ ਹੁਣ ਤੱਕ ਦੀ ਇਨਫੋਰਮੇਸ਼ਨ ਆ ਰਹੀ ਹੈ ਤੇ ਇਹਦੀ ਇਨਵੋਲਵਮੈਂਟ ਵੀ ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਇਹਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਕਿ ਨਿਸ਼ਾਨ ਸਿੰਘ ਜਿਹੜਾ ਹੈਗਾ ਉਹਦੀ ਇਨਵੋਲਵਮੈਂਟ ਕੀ ਹੈ, ਲੌਜਿਸਟਿਕ ਚੀਜ਼ਾਂ ਪ੍ਰੋਵਾਈਡ ਕੀਤੀ, ਜਿਹੜਾ ਮੇਨ ਮਾਸਟਰਮਾਈਂਡ ਹੈ ਉਹ ਆਖਿਰ ਕੌਣ ਹੈ, ਉਹ ਹਜੇ ਗ੍ਰਿਫਤ ਤੋਂ ਬਾਹਰ ਹੈ। ਤੇ ਪੁਲਿਸ, ਹਾਲਾਂਕਿ ਕੱਲ ਵੀ ਡੀਜੀਪੀ ਵੱਲੋਂ ਕਿਹਾ ਗਿਆ ਸੀ ਕਿ ਪੁਲਿਸ ਕੋਲ ਕਈ ਲੀਡਸ ਨੇ ਤੇ ਜਲਦੀ ਦੇ ਵੱਡੇ ਖੁਲਾਸੇ ਹੋਣਗੇ। ਸੀਐਮ ਵੱਲੋਂ ਵੀ ਜਾਣਕਾਰੀ ਦਿੱਤੀ ਸੀ ਤੇ ਹਾਲਾਂਕਿ ਪੁਲਿਸ ਵੱਲੋਂ ਕਈ ਲੋਕਾਂ ਨੂੰ ਇਹਦੇ ਵਿੱਚ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਵਿਫਟ ਗੱਡੀ ਦੀ ਜਿਹੜੀ ਹੈ ਉਹ ਪਹਿਚਾਣ ਜਿਹੜੀ ਸੀਸੀਟੀਵੀ ਫੁਟੇਜ ਉਹਨਾਂ ਨੇ ਆਸ-ਪਾਸ ਦੇ ਜਿਹੜੇ ਏਰੀਆ 'ਚ ਕੱਢੀ ਗਈ ਹੈ, ਕਿਉਂਕਿ ਦੱਸਿਆ ਗਿਆ ਸੀ ਕਿ ਕੱਲ ਸਵਿਫਟ ਗੱਡੀ ਡੇਰਾਬੱਸੀ ਵੇਖੀ ਗਈ ਸੀ। ਡੇਰਾਬੱਸੀ ਤੋਂ ਬਾਅਦ ਇਹ ਟੋਲ ਪਲਾਜ਼ਾ ਦੱਪਰ ਟੋਲ ਪਲਾਜ਼ਾ ਵੀ ਜਿਹੜੀ ਹੈ ਕ੍ਰਾਸ ਕੀਤੀ ਹੈ, ਜਿਹੜੇ ਪੁਲਿਸ ਸੋਰਸਿਸ ਨੇ ਸਾਨੂੰ ਦੱਸਿਆ। ਤੇ ਹੁਣ ਨਿਸ਼ਾਨ ਸਿੰਘ ਹੈ ਤਾਂ ਰਹਿਣ ਦਾ ਤਰਨ ਵਾਲਾ, ਲੇਕਿਨ ਫਰੀਦਕੋਟ 'ਚ ਉਹਨੂੰ ਜਿਹੜਾ ਹੈਗਾ ਹਿਰਾਸਤ 'ਚ ਲਿੱਤਾ, ਯਾਨੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਵੀ ਲੋਕ ਸੀ, 3 ਸੀਗੇ 4 ਸੀ, ਉਹ ਵੱਖ-ਵੱਖ ਹੋ ਗਏ। ਯਾਨੀ ਕਿ ਕੋਈ ਦੂਜੀ ਸਾਈਡ ਚਲ ਗਿਆ, ਕੋਈ ਪੰਜਾਬ ਦੇ ਦੂਜੇ ਜ਼ਿਲ੍ਹੇ 'ਚ ਚਲਾ ਗਿਆ। ਯਾਨੀ ਕਿ ਇਹਨਾਂ ਦੀ ਪੂਰੀ ਰਣਨੀਤੀ ਤਿਆਰ ਸੀ, ਯਾਨੀ ਕਿ ਇਹਨਾਂ ਨੇ ਪੂਰਾ ਪ੍ਰੀ ਪਲਾਨ ਸੀਗਾ ਕਿ ਅਸੀਂ ਕਰਨਾ ਕੀ ਹੈ, ਹੁੰਦਾ ਕੀ ਹੈ। ਜੋ ਇੱਕ ਪੂਰੀ ਤਰ੍ਹਾਂ ਦੇ ਨਾਲ ਮਾਸਟਰਮਾਈਂਡ ਹੈ ਕੋਈ, ਪਰ ਉਸ ਤੱਕ ਪਹੁੰਚਣ ਦੇ ਵਿੱਚ ਕਹਿ ਸਕਦੇ ਆ ਕਿ ਹੁਣ ਖੁਲਾਸੇ ਅੱਗੇ ਤੋਂ ਅੱਗੇ ਹੋਣਗੇ ਔਰ ਨਿਸ਼ਾਨ ਸਿੰਘ ਉਸ ਦੇ ਵਿੱਚ ਕਹਿ ਸਕਦੇ ਆ ਕਿ ਵੱਡੀ ਭੂਮਿਕਾ ਨਿਭਾ ਸਕਦਾ ਹੈ, ਕਿਉਂਕਿ ਹਿਰਾਸਤ 'ਚ ਲਿਆ ਗਿਆ ਔਰ ਉਸ ਤੋਂ ਬਾਅਦ ਵੱਡੇ ਖੁਲਾਸੇ ਇਹਨਾਂ ਦੇ ਵੱਲੋਂ ਕੀਤੇ ਜਾ ਸਕਦੇ ਨੇ, ਰਿਮਾਂਡ ਤੇ ਲਿਆ ਜਾ ਸਕਦਾ ਪੁਲਿਸ ਦੇ ਵੱਲੋਂ। ਤਾਂ ਹੁਣ ਪੂਰੀ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਡੀਕ ਰਹੇਗੀ ਕਿ ਕਿਸ ਤਰ੍ਹਾਂ ਦੇ ਨਾਲ ਅੱਗੇ ਤੋਂ ਅੱਗੇ ਖੁਲਾਸੇ ਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ मनोज तमाम जानकारी के लिए। तो तरनतारण का रहने वाला निशान सिंह 26 साल की उम्र है और पहला भी कई मामले दर्ज ने, ऑलरेडी क्रिमिनल रिकॉर्ड हैगा। सो हुण देखना होगा कि आखिरकार अगे की खुलासे होंदे ने।